ਚਾਹਣ ਵਾਲਾ ਹੈ ਮਰੀਜ਼ ਵੀ ਰਿਹਾ ਤੁਹਾਡਾ ਇੰਗਲੈਂਡ ਵਿੱਚ ਅੱਜ ਕੱਲ੍ਹ ਹੁੰਦਾ ਹੈ ਤੇ ਉਹਨੇ ਸਵਾਲ ਭੇਜਿਆ ਕਿ ਉਹਨੂੰ ਬੜੀ ਥਕਾਵਟ ਰਹਿੰਦੀ ਹੈ, ਵਜ਼ਨ ਉਹਦਾ ਮੁਸਲਸਲ ਕਮ ਹੋ ਰਿਹਾ ਔਰ ਕਬਜ਼ ਵੀ ਉਹਨੂੰ ਸ਼ਦੀਦ ਰਹਿੰਦੀ ਤੇ ਕਾਫੀ ਪਰੇਸ਼ਾਨ ਰਹਿੰਦਾ। ਇਹਦੇ ਤੇ ਕੋਲ ਦੀ ਰਹਿਨਮਾਈ ਕਰਦੇ। ਉਮਰ ਵੀ ਦੱਸੀ ਉਹਨੇ? ਉਮਰ ਨਹੀਂ ਉਹਨੇ ਦੱਸੀ ਜੀ। ਉਹ 4 ਸਾਲ ਪਹਿਲੇ ਤੁਹਾਡੇ ਕੋਲ ਇੱਥੇ ਆਇਆ ਸੀ, ਚੈੱਕਅਪ ਕਰਵਾ ਗਿਆ ਸੀ ਤੇ ਉਸ ਤੋਂ ਬਾਅਦ ਬਾਹਰ ਚਲਾ ਗਿਆ ਸੀ। ਫਿਰ ਉਹਦੀ ਬੀਵੀ ਉਹਦੇ ਲਾਗੇ ਰਹਿੰਦੀ ਹੈ, ਕਰੀਬ ਰਹਿੰਦੀ ਹੈ? ਨਹੀਂ, ਜਿਹੜਾ ਇੰਜ ਗਿਆ ਹੈਗਾ ਉਹਦੇ ਕੋਲ ਕਿੱਥੇ ਰਹਿੰਦੀ ਹੋਣੀ ਹੈ, ਉਹ ਫਿਰ ਪਾਕਿਸਤਾਨੀ ਹੋਣੀ ਹੈ। ਤੇ ਇਹ ਗੱਲਾਂ ਜਿਹੜੀਆਂ ਨਾ ਸਾਰੀਆਂ ਮਾਲੂਮਾਤ ਹੋਣ ਨਾ, ਉਹਦੀ ਨਜ਼ਰ 'ਚ ਜਿਹੜਾ ਸਵਾਲ ਦਾ ਜਵਾਬ ਹੁੰਦਾ ਹੈ ਨਾ, ਉਹ ਬੜਾ ਪਰਫੈਕਟ ਹੁੰਦਾ ਹੈ। ਹੁਣ ਇਹ ਅਸੀਂ ਸਿਰਫ ਅੰਦਾਜ਼ੇ ਨਾਲ ਜਵਾਬ ਦੇਣਾ ਉਹਨੂੰ। ਠੀਕ ਹੈ। ਹੁਣ ਪਹਿਲੇ ਉਹਦਾ ਵਜ਼ਨ ਕਿੰਨਾ ਸੀ? ਉਹਦਾ 46 ਕਿਲੋ ਹੁਣ ਵਜ਼ਨ ਰਹਿ। ਹੁਣ 46 ਕਿਲੋ ਦੇ ਪਹਿਲੇ 84 ਕਿਲੋ ਸੀਗਾ। 84 ਕਿਲੋ ਦੱਸਿਆ ਕਿ 80 ਕਿਲੋ ਹੈ? ਨਹੀਂ, ਜ਼ਿਆਦਾ ਸੀ ਕਹਿੰਦਾ ਹੈ। ਨਹੀਂ, ਇਸ ਬੰਦੇ ਦਾ ਵਜ਼ਨ ਇਹਨੇ ਦੱਸਿਆ ਕਿ ਮੇਰਾ 46 ਕਿਲੋ ਹੈ। ਗਿਆ। ਇਹ ਬੰਦੇ ਜਿਹੜੇ ਹੁੰਦੇ ਨੇ ਸਿੰਗਲ ਪਸਲੀ ਹੁੰਦੇ ਨੇ, ਇਹਨਾਂ ਦਾ ਵਜ਼ਨ ਗਿਰਦਾ ਰਹਿੰਦਾ। ਇਸ ਵਾਸਤੇ ਜਿਹੜੇ ਬੰਦੇ ਜ਼ਿਆਦਾ ਮਿਹਨਤ ਕਰਦੇ ਨੇ, ਖਾਂਦੇ ਕੰਮ ਨੇ, ਜਿਹੜੇ ਬੰਦੇ ਆਪਣੇ ਆਪ ਨੂੰ ਜ਼ਾਇਆ ਜ਼ਿਆਦਾ ਕਰ ਲੈਂਦੇ ਨੇਗੇ, ਮਸਲਨ ਮਨਫੀ ਪਹਿਲੂ ਦੇ ਨਾਲ ਭਾਵੇਂ ਹੱਥ ਨਾਲ ਉਹਨਾਂ ਜ਼ਾਇਆ ਕਰ ਲਿਆ ਵੇ ਆਪਣੀ ਜਵਾਨੀ ਵਿੱਚ ਆਪਣੇ ਆਪ ਨੂੰ, ਫਿਰ ਉਹਨਾਂ ਦੀਆਂ ਆਦਤਾਂ ਖਰਾਬ ਹੋ ਜਾਂਦੀਆਂ, ਹਾਜ਼ਮਾ ਉਹਨਾਂ ਦਾ ਖਰਾਬ ਹੋ ਜਾਂਦਾ, ਫਿਰ ਉਹਨਾਂ ਚੀਜ਼ ਲੱਗਦੀ ਨਹੀਂ ਖਾਧੀ ਪੀਤੀ। ਕਸਰਤ ਨਾਲ ਇਤਲਾਮ ਹੋ ਜਾਏ ਫਿਰ ਵੀ ਇਸ ਤਰ੍ਹਾਂ ਹੋ ਜਾਂਦਾ ਹੈ। ਮਿਹਨਤ ਦੱਸਿਆ, ਮਿਹਨਤ ਜ਼ਿਆਦਾ ਕਰ ਲੈਣ, ਖਾਣ ਘੱਟ ਤਾਂ ਵੀ, ਨੀਂਦ ਪੂਰੀ ਨਾ ਕਰਨ, ਹਰ ਵੇਲੇ ਕੰਮ 'ਤੇ ਜੁਟੇ ਹੋਏ ਨੇ ਤਾਂ ਵੀ, ਫਿਰ ਪਰੇਸ਼ਾਨ ਰਹਿਣਾ ਮੈਂ ਪਰੇਸ਼ਾਨ ਰਹਿੰਦੇ ਨੇ। ਕੋਈ ਜ਼ਹਿਨੀ ਪਰੇਸ਼ਾਨੀਆਂ ਆ ਸਕਦੀਆਂ, ਕਾਰੋਬਾਰ ਦੀ ਪਰੇਸ਼ਾਨੀ ਆ ਸਕਦੀ ਹੈਗੀ, ਘਰੇਲੂ ਪਰੇਸ਼ਾਨੀ ਆ ਸਕਦੀ, ਕੋਈ ਦਫ਼ਤਰ ਵਿੱਚ ਕੰਮ ਨਾਲ ਦੇ ਸਾਥੀ ਤਾਮਨ ਨਹੀਂ ਕਰ ਰਹੇ ਹੁੰਦੇ ਜਾਂ ਉਹਨਾਂ ਦੀ ਬਣਦੀ ਨਹੀਂ, ਉਹ ਵੀ ਸੋਚਦਾ ਦਾਰਾ ਸੁੱਤਿਆਂ ਪਿਆ ਵੀ ਉਹ ਜਗਾ ਦਿੰਦੀਆਂ ਗੱਲਾਂ ਵੀ ਇਸ ਤਰ੍ਹਾਂ ਹੋਇਆ ਤੇ ਇੰਝ ਹੋਇਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਜ਼ਹਿਨ ਦੀ ਜਦੋਂ ਜ਼ਹਿਨੀ ਖਿਆਲਾਤ, ਤਸਵਰਾਤ ਸਾਡੇ ਜਾਂ ਅਹਿਸਾਸਾਤ ਸਾਡੇ ਖ਼ਰਾਬ ਹੁੰਦੇ ਨੇ, ਨਫਸੀਆਤ ਖ਼ਰਾਬ ਹੁੰਦੀ ਤੇ ਸਾਡੇ ਅਜ਼ਾਰ ਵੀ ਮੁਤਾਸਰ ਕਰਦੀ, ਖੂਨ ਦੀ ਮਿਜ਼ਾਜ ਨੂੰ ਖ਼ਰਾਬ ਕਰ ਦਿੰਦੀ। ਜਿਹਨੇ ਗਿਜ਼ਾ ਬਣਾਉਣੀ ਜਾ ਕੇ ਖੂਨ ਸਹੀ ਤਰ੍ਹਾਂ ਫਿਰ ਉੱਥੇ ਜਿਸਮ ਦਾ ਹਿੱਸਾ ਹੀ ਨਹੀਂ ਬਣਦਾ, ਅੱਗੋਂ ਅਜ਼ਾਬ ਵੀ ਜਿਹੜੇ ਨੇ ਉਹਨਾਂ ਦੇ ਵਿੱਚ ਵੀ ਕਿਸੇ ਜੋ ਤਹਲੀਲ ਹੋਈ ਹੁੰਦੀ, ਕਿਸੇ ਤਹਿਰੀਕ ਉਹ ਆਪਣੀ ਹੱਦ ਤੋਂ ਜ਼ਿਆਦਾ ਹੋਈ ਹੁੰਦੀ, ਉੱਥੇ ਖੂਨ ਗੈਰ ਦਾ ਵੀ ਖੂਨ ਜਾ ਕੇ ਉਹਨੇ ਪੂਰਾ ਕਰਨਾ ਹੀ, ਲਿਹਾਜ਼ਾ ਬੰਦੇ ਨੇ ਸੁੱਕਦਾ ਜਾਂਦਾ ਹੋਵੇਗਾ। ਉਹਦੀ ਸੋਚ ਦੇ ਦਾਇਰੇ ਨੂੰ ਬਦਲਣ ਵਾਸਤੇ ਚਾਹੀਦਾ ਕਿ ਉਹ ਨਮਾਜ਼ ਵੀ ਪੜ੍ਹੇ। ਅਗਰ ਘਰ ਵਾਲੀ ਨਹੀਂ ਉੱਥੇ ਹੈਗੀ ਤਾਂ ਘਰ ਵਾਲੀ ਨੂੰ ਨਾਲ ਲਿਜਾਏ ਉੱਥੇ। ਉਹ ਵੀ ਨਫਸੀਆਤੀ ਪਹਿਲੂ ਜਿਹੜਾ ਜਿਨਸੀ ਜਜ਼ਬਾ ਸਾਡਾ ਜਿਹੜਾ ਹੈ ਉਹ ਵੀ ਸਾਨੂੰ ਮੁਤਾਸਰ ਕਰ ਰਿਹਾ ਹੁੰਦਾ ਹੋਵੇਗਾ। ਅਗਰ ਕੋਈ ਦਫ਼ਤਰੀ ਔਕਾਤ ਦੇ ਵਿੱਚ ਕੋਈ ਐਸਾ ਉਹਦੇ ਨਾਲ ਮਾਮਲਾ ਆ ਰਿਹਾ ਤੇ ਉਹਨਾਂ ਨਾਲ ਕੰਪਰੋਮਾਈਜ਼, ਆਪਣੇ ਜ਼ਹਿਨੀ ਤੌਰ 'ਤੇ ਕੰਪਰੋਮਾਈਜ਼ ਕਰੇ ਕਿ ਮੈਂ ਇਸ ਮਾਹੌਲ 'ਚ ਰਹਿਣਾ ਹੈ, ਮੈਂ ਇਸ ਮਾਹੌਲ ਨਾਲ ਮੁਕਾਬਲਾ ਕਰਨਾ ਹੈ, ਅਤੇ ਫਿਰ ਉਹਦਾ ਜ਼ਹਿਨ ਜਿਹੜਾ ਉਸ ਤਰ੍ਹਾਂ ਦਾ ਹੀ ਹਾਰਮੋਨ ਪੈਦਾ ਕਰੇਗਾ, ਉਸ ਤਰ੍ਹਾਂ ਦੀ ਉਹਦੀ ਤਬੀਅਤ ਦੇ ਵਿੱਚ ਅਰਜ਼ ਪੈਦਾ ਹੋ ਜਾਏਗੀ, ਉੱਭਰ ਜਾਏਗਾ। ਫਿਰ ਉਹਨੂੰ ਖਾਣਾ ਵੀ ਹਜ਼ਮ ਹੋਣ ਲੱਗ ਪਏਗਾ, ਫਿਰ ਉਹਨੂੰ ਲੱਗਣ ਲੱਗ ਪਏਗਾ। ਜਿਸਮ ਦਾ ਮਟੀਰੀਅਲ ਵੀ ਤਾਂ ਮਟੀਰੀਅਲ ਨਾਲ ਬਣਨਾ ਨਾ, ਖੁਰਾਕ ਖਾਏਗਾ ਤਾਂ ਕੁਝ ਨਾ ਕੁਝ ਬਣੇਗਾ। ਅਤੇ ਜਦੋਂ ਖਾਣਾ ਕੰਮ ਹੈ, ਕੰਮ ਜ਼ਿਆਦਾ ਕਰਨਾ, ਮਿਹਨਤ ਜ਼ਿਆਦਾ ਕਰਨੀ, ਜਿਸਮ ਦਾ ਜਿਹੜਾ ਜ਼ਿਆ ਵੀ ਉਹ ਜ਼ਿਆਦਾ ਕਰ ਦੇਣਾ ਵੇ, ਤਹਲੀਲ ਜ਼ਿਆਦਾ ਕਰ ਦੇਣੀ ਹੈ, ਅਤੇ ਫਿਰ ਉਹਨੂੰ ਖਾਣਾ ਕਮ ਖਾਣਾ ਹੈ, ਅਤੇ ਫਿਰ ਉਹਨੇ ਘਟਣਾ ਹੀ ਹੈ, ਕਮ ਹੋ ਜਾਂਦਾ ਹੈ। ਲਿਹਾਜ਼ਾ ਉਹਨੂੰ ਆਪਣੇ ਇਹ ਫਿਕਰਾਂ ਨੂੰ ਲਾਉਣਾ ਪਏਗਾ। ਨਾਲ ਦੂਸਰੇ ਨੰਬਰ 'ਤੇ ਹੁਣ ਕੱਪੜੇ ਗਰਮ ਰੱਖਣੇ ਪੈਣਗੇ, ਆਪਣਾ ਟੈਂਪਰੇਚਰ ਜਿਸਮ ਦਾ ਹਰ ਸੂਰਤ ਗਰਮ ਰੱਖਣਾ ਪਏਗਾ। 37 ਸੈਂਟੀਗ੍ਰੇਡ ਸਾਡੇ ਜਿਸਮ ਦਾ ਟੈਂਪਰੇਚਰ, ਉਹ ਕਮ 37.5 ਸੈਂਟੀਗ੍ਰੇਡ ਰੱਖੇ, 38 ਬਲਕਿ ਰੱਖੇ। ਜਦੋਂ ਇਸ ਟੈਂਪਰੇਚਰ 'ਤੇ ਕਾਇਮ ਰਹੇਗਾ, ਉਹਦੇ ਜਿਹੜੇ ਜਿਸਮ ਦਾ ਟੈਂਪਰੇਚਰ ਦੇ ਅੰਦਰ ਦੇ ਹਾਜ਼ਮੇ ਨੇ, ਮੈਟਾਬੋਲਿਜ਼ਮ ਨੇ, ਉਹ ਸਾਰੇ ਠੀਕ ਹੋਣ ਲੱਗ ਪੈਣਗੇ। ਉਹ ਕੱਪੜਿਆਂ ਨਾਲ ਰੱਖੇ, ਉਹ ਗਰਮ ਟੋਪੀ, ਅੱਜ ਕੱਲ੍ਹ ਦਾ ਮਾਹੌਲ ਠੰਡਾ ਹੈਗਾ ਸਾਡੇ ਇੱਥੇ ਪਾਕਿਸਤਾਨ ਦਾ, ਟੋਪੀ ਗਰਮ ਕੱਪੜੇ, ਜਰਾਬਾਂ, ਉਸ ਜਿਸ ਮਾਹੌਲ 'ਚ ਰਹਿ ਰਹੇ ਉੱਥੇ ਵੀ ਉਹ ਉਸੇ ਤਰ੍ਹਾਂ ਦਾ ਰੱਖੇ। ਇੱਕ ਦੂਸਰੇ ਨੰਬਰ ਦੀ ਖੁਰਾਕ ਦੇ ਵਿੱਚ ਵੇਖੇ ਜਿਹੜੀ ਉਹਨਾਂ ਨੂੰ ਚੀਜ਼ ਅੱਛੀ ਲੱਗਦੀ ਨਾ, ਅੰਦਰ ਖੁਦਕਾਰ ਇੱਕ ਜੱਜ ਬੈਠਾ ਹੈ, ਉਸ ਲਿਹਾਜ਼ ਨਾਲ ਗਿਜ਼ਾ ਖਾਏ। ਉਹਨੂੰ ਪ੍ਰੋਟੀਨ ਰੱਖਣੀ ਪੈਗੀ, ਕਦੀ ਮਛਲੀ ਕੰਮ ਕਰੇਗੀ, ਉਹਨੂੰ ਮਛਲੀ ਦੀ ਪ੍ਰੋਟੀਨ, ਕਦੀ ਉਹਨੂੰ ਅੰਡੇ ਦੀ ਪ੍ਰੋਟੀਨ ਕੰਮ ਕਰੇਗੀ। ਜੇ ਤਾਂ ਉਹਦਾ ਪਿਸ਼ਾਬ ਸੁਰਖ ਨਹੀਂ ਹੈਗਾ ਤਾਂ ਫਿਰ ਅੰਡਾ ਵੀ ਖਾ ਸਕਦਾ ਹੈਗਾ, ਵਰਨਾ ਗੋਸ਼ਤ, ਛੋਟਾ ਗੋਸ਼ਤ ਜਿਹੜਾ ਹੈਗਾ ਉਹਨੂੰ ਸ਼ੋਰਬੇਦਾਰ ਬਣਾ ਕੇ ਲੈ, ਉਹਨੂੰ ਗਰਮਤਰ ਚੀਜ਼ਾਂ ਚਾਹੀਦੀਆਂ ਨਹੀਂ। ਜ਼ਹਿਨੀ ਤੌਰ 'ਤੇ ਸਕੂਨ ਲੈਣ ਵਾਸਤੇ ਨਮਾਜ਼ ਪੜ੍ਹੇਗਾ, ਅੱਲਾ ਕੋ ਦੁਆ ਕਰੇਗਾ। ਜੇ ਜਿਨਸੀ ਲਿਹਾਜ਼ ਨਾਲ ਕੋਈ ਹੈ ਤਾਂ ਜਿਨਸੀ ਲਿਹਾਜ਼ ਨਾਲ ਉਹਨੂੰ ਘਰ ਵਾਲੀ ਉਹਦੇ ਕੋਲ ਰਹੇਗੀ। ਤੇ
ਕਬਜ਼ ਦਾ ਵੀ ਦੱਸ ਦਿਓ, ਹਾਂਜੀ ਕਬਜ਼ ਵੀ ਕਹਿੰਦੇ। ਤੇ ਕਬਜ਼ ਜਿਹੜੇ ਇਹੋ ਜਿਹੇ ਬੰਦੇ ਨੂੰ ਅਕਸਰ ਕਬਜ਼ ਰਹਿ ਜਾਂਦੀ ਕਿਉਂਕਿ ਹਾਜ਼ਮਾ ਹੀ ਨਹੀਂ, ਭੁੱਖ ਹੀ ਨਹੀਂ ਲੱਗ ਰਹੀ ਹੈਗੀ ਸਹੀ ਤਰ੍ਹਾਂ। ਕੋਈ ਖਾਏਗਾ ਤਾਂ ਕਬਜ਼ ਅੱਗੋਂ ਠੀਕ ਹੋਏਗੀ ਨਾ। ਅਗਰ ਕਬਜ਼ ਉਹਨੂੰ ਵੇਖੋ ਜੇ ਸੁੱਧੇ ਬਣਦੇ ਪਏ ਨੇ ਜਾਂ ਵੱਟ ਪੈ ਕੇ ਪਖਾਨਾ ਆਉਂਦਾ ਹੈ ਤੇ ਉਹਨੂੰ ਆਪਣੀ ਖੁਰਾਕ ਵਿੱਚ ਘਿਓ ਜ਼ਿਆਦਾ ਰੱਖਣਾ ਪਏਗਾ। ਅੰਜੀਰ, ਉਹ ਅੰਜੀਰ ਖਾਇਆ ਕਰੇ, 5 ਅੰਜੀਰ ਰਾਤ ਨੂੰ ਖਾ ਕੇ ਉੱਤੋਂ ਦੁੱਧ ਦਾ ਕੱਪ ਜਾਂ ਗਲਾਸ ਪੀ ਲੈ। ਜੇ ਉਹਦਾ ਸਿੰਗਲ ਪਸਲੀ 46 ਕਿਲੋ, ਬਸ 5 ਕਿਲੋ 5 ਹੀ ਅੰਜੀਰ ਕਾਫੀ ਨੇ। ਜਾਂ ਫਿਰ ਅਮਰੂਦ ਦਾ ਮੌਕਾ ਹੋਵੇ ਤੇ ਅਮਰੂਦ ਰਾਤ ਨੂੰ ਮਸਾਲਾ ਲਾ ਕੇ, ਜਿਹੜਾ ਉਹਦਾ ਮਸਾਲਾ ਹੁੰਦਾ ਨਮਕ ਮਿਰਚ ਲਗਾ ਕੇ ਖਾ ਕੇ ਉੱਤੋਂ ਪੱਤੀ ਦਾ ਕਾਵਾ ਪੀਵੇ। ਜਾਂ ਫਿਰ ਪਪੀਤਾ ਵੀ ਮਿਲਦਾ ਤੇ ਪਪੀਤਾ ਸਿਰਫ ਲੈ ਕੇ ਤੇ ਉਹਦੇ ਤੋਂ ਕਾਵਾ ਪੀ ਲੈ। ਇਹਨਾਂ ਚੀਜ਼ਾਂ 'ਚ ਕੋਈ ਵੀ ਇੱਕ ਚੀਜ਼ ਲੈ। ਦਵਾਈਆਂ ਦਾ ਮੈਂ ਇਸ ਵਾਸਤੇ ਨਾਂ ਨਹੀਂ ਲੈ ਰਿਹਾ, ਦਵਾਈਆਂ ਜਿਹੜੀਆਂ ਨੇ ਤਬੀਅਤ ਦੇ ਮੁਖਾਲਫ ਹੁੰਦੀਆਂ ਨੇ। ਬਈ ਵਕਤੀ ਤੌਰ 'ਤੇ ਉਹ ਲੈ ਆਉਣਗੀਆਂ ਮੋਸ਼ਨ ਉਹਦਾ, ਲੇਕਿਨ ਆਂਤਾਂ ਨੂੰ ਉਹਨਾਂ ਨੇ ਨਿਚੋੜ ਦੇਣਾ, ਫਿਰ ਉਹ 2-4 ਦਿਨ ਫਿਰ ਕਬਜ਼ ਰਹਿ ਜਾਣੀ। ਲਿਹਾਜ਼ਾ ਗਿਜ਼ਾ ਦੇ ਨਾਲ ਉਹਨਾਂ ਦੇ ਜਿਹੜਾ ਕੰਮ ਕਰਨਗੇ ਉਹਦੇ ਨਾਲ ਆਂਤਾਂ ਵੀ ਠੀਕ ਰਹਿਣਗੀਆਂ, ਤਬੀਅਤ ਵੀ ਬਾਹਰ ਰਹੇਗੀ ਤੇ ਅੱਗੇ ਪ੍ਰੋਸੈਸ ਵੀ ਜਿਹੜਾ ਹੈ ਉਹ ਸਿਸਟਮੈਟਿਕ ਹੋ ਜਾਏਗਾ।